ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਅਕਸ਼ ਨਿਊਜ਼। ਮੈਂ ਆਜ਼ਾਦ ਸਿੰਘ। ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਰਾਏ ਸਾਹਿਬ ਸਿੰਘ ਸਿੱਧੂ, ਜੋ ਕਿ NSQF ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਨੇ ਤੇ 57 ਦਿਨਾਂ ਤੋਂ ਉਹਨਾਂ ਵੱਲੋਂ ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿਆਲਾ ਦੇ ਬਿਲਕੁਲ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਵਿਰੁੱਧ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਸੀਂ ਜਾਣਦੇ ਹਾਂ ਉਹਨਾਂ ਤੋਂ ਕਿ ਇਹ ਰੋਸ ਪ੍ਰਦਰਸ਼ਨ ਜੋ NSQF ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਹੈ ਉਸ ਵੱਲੋਂ ਕਿਉਂ ਦਿੱਤਾ ਜਾ ਰਿਹਾ ਹੈ। ਸੋ ਰਾਏ ਸਾਹਿਬ ਜੀ, ਸਵਾਗਤ ਹੈ ਤੁਹਾਡਾ ਸਟੂਡੀਓ ਦੇ ਵਿੱਚ। ਤੇ ਕੀ ਕਹਿਣਾ ਚਾਹੁੰਦੇ ਹੋ? 57 ਦਿਨ ਤੁਹਾਨੂੰ ਹੋ ਚੁੱਕੇ ਆ, ਧਰਨਾ ਪ੍ਰਦਰਸ਼ਨ ਤੁਸੀਂ ਪੰਜਾਬ ਸਰਕਾਰ ਦੇ ਵਿਰੁੱਧ ਲਾ ਰਹੇ ਹੋ। ਕੀ ਗੱਲ ਹੈਗੀ ਹੈ, ਸਰਕਾਰ ਤੁਹਾਡੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ, ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਜੀ ਦਕਸ਼ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਪੰਜਾਬ ਦਾ NSQF ਵੋਕੇਸ਼ਨਲ ਅਧਿਆਪਕ ਯੂਨੀਅਨ ਤੋਂ ਪੰਜਾਬ ਤੋਂ ਸੂਬਾ ਪ੍ਰਧਾਨ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਪਿਛਲੇ 57 ਦਿਨਾਂ ਤੋਂ ਲਗਾਤਾਰ ਆਪਣੇ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕਰਦੇ ਆ ਰਹੇ ਹਾਂ। ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਸਾਹਮਣੇ ਜੋ ਚੌਂਕ ਆ, ਉੱਥੇ ਅਸੀਂ ਪਿਛਲੇ 57 ਦਿਨਾਂ ਤੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਵੱਖ-ਵੱਖ ਤਰੀਕਿਆਂ ਨਾਲ ਅਸੀਂ ਆਪਣੀਆਂ ਮੰਗਾਂ ਪ੍ਰੋਜੈਕਟ ਕੀਤੀਆਂ। ਪਰ ਇਹ ਸਰਕਾਰ ਪਿਛਲੇ 4.5 ਸਾਲ ਤੋਂ ਜੋ ਵੀ ਸਾਡੀਆਂ ਮੰਗਾਂ ਨੇ ਉਹਨਾਂ ਉੱਪਰ ਗੌਰ ਨਹੀਂ ਕਰ ਰਹੀ, ਉਹਨਾਂ ਮੰਗਾਂ ਨੂੰ ਪੂਰਾ ਨਹੀਂ ਕਰ ਰਹੀ। ਇਸ ਦੇ ਕਾਰਨ ਅਸੀਂ ਇਸ ਧਰਨੇ ਵੱਲ ਕਦਮ ਵਧਾਇਆ। ਜੀ ਰਾਏ ਸਾਹਿਬ ਜੀ, ਦੱਸਣ ਦੀ ਕੋਸ਼ਿਸ਼ ਕਰੋ ਕਿ NSQF ਦਾ ਪੂਰਾ ਨਾਮ ਕੀ ਹੈ? ਹਾਂਜੀ, NSQF ਹੈਗਾ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ। ਜੀ, ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ, ਦੈਟ ਇਜ਼ ਸ਼ਾਰਟ ਫਾਰਮ ਇਜ਼ NSQF। ਠੀਕ ਹੈ। ਤੇ NSQF ਵਿਸ਼ਾ ਕਿੰਨੇ ਸਕੂਲਾਂ ਵਿੱਚ ਪੜ੍ਹਾਇਆ ਜਾ ਰਿਹਾ ਹੈ ਅਤੇ ਉਹ ਸਕੂਲ ਸਰਕਾਰੀ ਨੇ ਜਾਂ ਫਿਰ ਗੈਰ ਸਰਕਾਰੀ ਨੇ? NSQF ਜੋ ਵਿਸ਼ਾ ਪੜ੍ਹਾਇਆ ਜਾ ਰਿਹਾ ਉਹ ਇਸ ਵਕਤ ਪੂਰੇ 1910 ਅਧਿਆਪਕ ਪੜ੍ਹਾ ਰਹੇ ਨੇ। ਜੀ, ਇਸ ਵਕਤ 955 ਸਰਕਾਰੀ ਸਕੂਲਾਂ ਦੇ ਵਿੱਚ ਉਹ ਪੜ੍ਹਾਇਆ ਜਾ ਰਿਹਾ। ਪਰ ਇਹਦੇ ਨਾਲ ਰੀਸੈਂਟਲੀ ਐਡ ਹੋਏ ਨੇ ਜੀ 34 ਸਕੂਲ ਹੋਰ ਐਡ ਹੋਏ ਨੇ ਤੇ 68 ਹਰ ਸਕੂਲ ਦੇ ਵਿੱਚ 2 ਟੀਚਰ ਹੁੰਦੇ ਆ NSQF ਦੇ। ਠੀਕ ਹੈ। ਤੇ 68 ਟੀਚਰ ਹੋਰ ਐਡ ਹੋਏ ਨੇ। ਇਟ ਮੀਨਸ 1978 ਕਾਲਜ ਟੀਚਰ ਬਣਦੇ ਨੇ। ਸੋ 10,000 ਪਲੱਸ 1000 ਪਲੱਸ ਇਹ ਇਸ ਵਕਤ ਸਕੂਲ ਹੋ ਚੁੱਕੇ ਨੇ ਪੰਜਾਬ ਦੇ। ਇਹ ਸਾਰੇ ਦੇ ਸਾਰੇ ਸਕੂਲ ਸਰਕਾਰੀ ਨੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ। ਇਟ ਮੀਨਸ ਜਿਹੜੇ ਸਕੂਲਾਂ ਦੇ ਵਿੱਚ +2 ਤੱਕ ਦੀ ਹਾਇਰ ਸੈਕੰਡਰੀ ਐਜੂਕੇਸ਼ਨ ਦਿੱਤੀ ਜਾ ਰਹੀ ਆ, ਉਹਨਾਂ ਸਕੂਲਾਂ ਦੇ ਵਿੱਚ ਇਹ ਵਿਸ਼ਾ ਪੜ੍ਹਾਇਆ ਜਾ ਰਿਹਾ। ਠੀਕ ਹੈ। NSQF ਵਿਸ਼ੇ ਵਾਲੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਕਿੰਨਾ ਸਮਾਂ ਹੋ ਗਿਆ ਪੜ੍ਹਾਉਂਦੇ ਹੋਏ? ਹਾਂਜੀ, ਇਹ NSQF ਵਿਸ਼ੇ ਨੂੰ ਪੜ੍ਹਾਉਣ ਵਾਲੇ ਜਿਹੜੇ ਅਧਿਆਪਕ ਨੇ ਉਹ ਲਗਭਗ ਪਿਛਲੇ 7 ਸਾਲਾਂ ਤੋਂ ਪੜ੍ਹਾ ਰਹੇ ਨੇ। ਜੀ, 2014 ਦੇ ਵਿੱਚ ਇਹਨਾਂ ਦੀ ਰਿਕਰੂਟਮੈਂਟ ਹੋਈ ਸੀ। 2014 ਤੋਂ ਲਗਾਤਾਰ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਾਉਂਦੇ ਆ ਰਹੇ। ਜੀ, ਕੀ ਜੋ NSQF ਵਿਸ਼ੇ ਵਾਲੇ ਅਧਿਆਪਕ ਨੇ ਉਹ ਰੈਗੂਲਰ ਨੇ, ਪੱਕੇ ਨੇ ਉਹ? ਨਹੀਂ ਜੀ, ਇਹ ਬਹੁਤ ਵਧੀਆ ਸਵਾਲ ਕੀਤਾ ਤੁਸੀਂ। NSQF ਵੋਕੇਸ਼ਨਲ ਅਧਿਆਪਕ ਜਿਹੜੇ ਅੱਜ ਲਗਭਗ 1910 ਸੀਗੇ, ਜਿਹੜੇ ਮੈਂ ਤੁਹਾਨੂੰ ਦੱਸਿਆ ਕਿ 1978 ਹੋ ਚੁੱਕੇ ਨੇ। ਇਹ ਇਹਨਾਂ ਵਿੱਚੋਂ ਇੱਕ ਵੀ ਅਧਿਆਪਕ ਰੈਗੂਲਰ ਨਹੀਂ ਹੈਗਾ। ਇਹ ਸਾਰੇ ਦੇ ਸਾਰੇ ਅਧਿਆਪਕ ਇਹਨਾਂ ਨੂੰ ਆਊਟਸੋਰਸ ਕਹਿ ਕੇ ਇਹਨਾਂ ਨਾਲ ਇੱਕ ਮਤਰੇਈ ਮਾਂ ਵਾਲਾ ਜਾਂ ਕਹਿ ਲਓ ਵੀ ਇਹਨਾਂ ਦਾ ਓਪਰਾ ਵਿਹਾਰ ਕੀਤਾ ਜਾ ਰਿਹਾ। ਸੋ ਇਹ ਸਰਕਾਰੀ ਸਕੂਲਾਂ ਦੇ ਵਿੱਚ ਰੈਗੂਲਰ ਇਹਨਾਂ ਨੂੰ ਅੱਜ ਤੱਕ ਨਹੀਂ ਕੀਤਾ ਗਿਆ। ਜੀ, ਤੇ ਰਾਏ ਸਾਹਿਬ ਜੀ ਦੱਸਣ ਦੀ ਕੋਸ਼ਿਸ਼ ਕਰੋ ਕਿ ਜੋ NSQF ਅਧਿਆਪਕ ਨੇ ਉਹ ਰੈਗੂਲਰ ਵੀ ਨਹੀਂ, 7 ਸਾਲ ਤੋਂ ਜਿਵੇਂ ਤੁਸੀਂ ਕਿਹਾ ਉਹ ਜੌਬ ਕਰਦੇ ਆ ਰਹੇ ਨੇ ਤੇ ਇੱਕ ਜੋ ਤੁਸੀਂ ਕਿਹਾ ਇੱਕ ਕੰਪਨੀਆਂ ਵੀ ਨੇ ਜੋ ਸਰਕਾਰ ਵੱਲੋਂ ਹਾਇਰ ਕੀਤੀਆਂ ਗਈਆਂ ਨੇ, ਉਹ ਸਭ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਜੋ NSQF ਅਧਿਆਪਕ ਨੇ ਇਹਨਾਂ ਨੇ ਕੰਪਨੀਆਂ ਦਾ ਜਾਲ ਇਦਾਂ ਦਾ ਵਿਛਾ ਦਿੱਤਾ ਹੈਗਾ ਕਿ ਕੰਪਨੀਆਂ ਨੂੰ ਲਿਆ ਕੇ ਉਹਨਾਂ ਰਾਹੀਂ ਅਧਿਆਪਕਾਂ ਨੂੰ ਰਿਕਰੂਟ ਕਰਵਾਇਆ ਜਾਂਦਾ। ਹਾਲਾਂਕਿ ਪ੍ਰੋਪਰ ਚੈਨਲ ਹੋ ਜਾਂਦਾ, ਉਹ ਐਡਵਰਟਾਈਜ਼ਮੈਂਟ ਕਰਦੇ ਨੇ, ਸਕੂਲ ਦਾ ਬਕਾਇਦਾ ਨਾਮ ਆਉਂਦਾ, ਫਿਰ ਉਹ ਟੀਚਰ ਟੈਸਟ ਦਿੰਦੇ ਨੇ, ਉਹ ਮੈਰਿਟ ਲਿਸਟ ਵਿੱਚ ਆਉਂਦੇ ਨੇ। ਆਫਟਰ ਦੈਟ ਇੰਟਰਵਿਊ ਆਉਂਦੀ ਆ, ਫਿਰ ਇੰਟਰਵਿਊ ਤੋਂ ਬਾਅਦ ਫਿਰ ਮੈਰਿਟ ਲਿਸਟ, ਕੱਟ ਲਿਸਟ ਤਿਆਰ ਹੁੰਦੀ ਆ, ਦੈਨ ਉਹਨਾਂ ਨੂੰ ਸਟੇਸ਼ਨ ਅਲਾਟ ਕੀਤੇ ਜਾਂਦੇ ਆ। ਪਰ ਇਹ ਕੰਪਨੀਆਂ ਦਾ ਜਿਹੜਾ ਜੰਜਾਲ ਆ, ਇਹ ਬਹੁਤ ਹੀ ਗੰਭੀਰ ਵਿਸ਼ਾ ਹੈਗਾ। ਠੀਕ ਹੈ। ਅੱਜ ਦੀ ਡੇਟ ਵਿੱਚ ਕਿਸਾਨ ਭਰਾ ਸਾਡੇ, ਜਿਹੜੇ ਬਜ਼ੁਰਗ ਸਾਡੇ ਹੈਗੇ ਆ, ਉਹ ਦਿੱਲੀ ਦੇ ਬਾਰਡਰ ਤੇ ਬੈਠੇ ਨੇ, ਉਹ ਲੜ ਰਹੇ ਨੇ ਕਿ ਖੇਤਾਂ ਦੇ ਵਿੱਚੋਂ ਕੰਪਨੀਆਂ ਨੂੰ ਬਾਹਰ ਕੱਢਿਆ ਜਾਵੇ, ਕਿਉਂਕਿ ਜਿਹੜੇ ਨਿੱਜੀ ਕਾਰਪੋਰੇਟ ਘਰਾਣੇ ਹੈਗੇ ਆ ਉਹ ਖੇਤਾਂ ਦੇ ਵਿੱਚ ਵੜਨ ਦੇ ਅੱਜ ਦੇ ਡੇਟ ਵਿੱਚ ਵੜਨ ਜਾ ਰਹੇ ਆ। ਇਹਨਾਂ ਨੇ ਸਰਕਾਰਾਂ ਨੇ ਜਿਹੜੇ ਕਾਲੇ ਕਾਨੂੰਨ ਲੈ ਕੇ ਆਂਦੇ ਆ।
ਸੋ ਸਾਡਾ ਵੀ ਉਹੀ ਵਿਸ਼ਾ ਹੈਗਾ ਕਿ ਅਸੀਂ ਚਾਹੁੰਦੇ ਹਾਂ ਕਿ ਸਰਕਾਰੀ ਸਕੂਲਾਂ ਵਿੱਚੋਂ ਕੰਪਨੀਆਂ ਨੂੰ, ਇਹਨਾਂ ਨਿੱਜੀ ਘਰਾਣਿਆਂ ਨੂੰ ਬਾਹਰ ਕੱਢਿਆ ਜਾਵੇ ਜੀ। ਸੋ ਸਾਡੀ ਲੜਾਈ ਇਹੀ ਹੈ ਜੀ। ਸੋ ਤੁਹਾਡਾ ਕੀ ਕਹਿਣਾ ਹੈ ਕਿ ਇਹ ਜਿਹੜਾ ਪ੍ਰਦਰਸ਼ਨ ਤੁਸੀਂ ਕੀਤਾ ਜਾ ਰਿਹਾ ਪਟਿਆਲੇ ਵਿਖੇ ਤੁਸੀਂ ਕਰ ਰਹੇ ਹੋ, ਕਿੰਨਾ ਲੰਬਾ ਹੋਰ ਚੱਲ ਸਕਦਾ ਹੈ? ਕਿਉਂਕਿ ਸਰਕਾਰ ਨੂੰ ਅਗਰ ਤੁਹਾਡੀਆਂ ਮੰਗਾਂ ਵੱਲ ਧਿਆਨ ਦੇਣਾ ਹੁੰਦਾ ਤਾਂ 57 ਦਿਨ ਤੁਹਾਨੂੰ ਇੱਥੇ ਪੱਕਾ ਧਰਨਾ ਨਾ ਲਾਉਣਾ ਪੈਂਦਾ। ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 57 ਦਿਨਾਂ ਤੋਂ ਲਗਾਤਾਰ ਆਪਣਾ ਧਰਨਾ ਚਲਾ ਰਹੇ ਹਾਂ। ਠੀਕ ਹੈ। ਕਦੇ ਅਸੀਂ ਇਸ ਸਰਕਾਰ ਦੇ ਖਿਲਾਫ ਭੀਖ ਮੰਗਦੇ ਆ, ਉਹਨੂੰ ਦੱਸਦੇ ਆ ਕਿ ਅਸੀਂ ਭੀਖ ਮੰਗ ਕੇ ਕੀ ਕਰ ਰਹੇ ਹਾਂ। ਫਿਰ ਅਸੀਂ ਕਦੇ ਛੱਲੀਆਂ ਵੀ ਵੇਚੀਆਂ, ਅਸੀਂ ਫਿਰ ਪਾਪੜ ਵੀ ਇੱਥੇ ਵੇਚੇ ਹੈਗੇ ਆ। ਫਿਰ ਅਸੀਂ ਗੁਬਾਰਿਆਂ 'ਚ ਬੰਨ੍ਹ ਕੇ ਇਹਨਾਂ ਦੇ ਗੁਬਾਰਿਆਂ ਦੇ ਉੱਪਰ ਲਿਖ ਕੇ ਸਰਕਾਰ ਦੇ ਝੂਠੇ ਵਾਅਦਿਆਂ ਨੂੰ ਉਡਾਇਆ ਵੀ ਹੈਗਾ। ਅਸੀਂ ਆਪਣੇ ਖੂਨ ਦੀ ਸਿਆਹੀ ਦੇ ਨਾਲ ਇਹਨਾਂ ਨੂੰ ਚਿੱਠੀਆਂ ਵੀ ਲਿਖੀਆਂ ਹੈਗੀਆਂ। ਅਸੀਂ ਬੂਟ ਪਾਲਿਸ਼ਾਂ ਵੀ ਕੀਤੀਆਂ। ਅਸੀਂ ਹਰ ਇੱਕ ਤਰੀਕੇ ਨਾਲ ਆਪਣੀਆਂ ਮੰਗਾਂ ਨੂੰ ਇਹ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ। ਸੋ ਇਹ ਸਰਕਾਰਾਂ ਸਾਡੀਆਂ ਮੰਗਾਂ ਨਹੀਂ ਮੰਨਦੀਆਂ, ਇਹਦੀ ਸਾਨੂੰ ਕੋਈ ਨਹੀਂ ਹੈਗਾ, ਬਟ ਅਸੀਂ ਲੜਨ ਵਾਲੇ ਲੋਕ ਆ। ਅਸੀਂ ਲੜਾਂਗੇ, ਉਦੋਂ ਤੱਕ ਲੜਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਪਰ ਇਸ ਦੌਰਾਨ ਇੱਕ ਜੋ ਸਾਡੇ ਸੰਘਰਸ਼ ਦੀ ਬਦੌਲਤ ਇੱਕ ਚੀਜ਼ ਹੋਈ ਹੈਗੀ ਆ, ਉਹ ਲਾਸਟ ਜਿਹੜੀ ਮੀਟਿੰਗ ਸਾਡੀ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨਾਲ ਹੋਈ ਸੀ ਜੀ। ਉਸ ਮੀਟਿੰਗ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਜੋ ਵਾਰਤਾਲਾਪ ਦੇ ਰਾਹੀਂ ਸਾਨੂੰ ਦੱਸਿਆ ਹੈਗਾ ਜੀ, ਜੋ ਕੰਪਨੀਆਂ ਨੇ ਜੀ, ਕੰਪਨੀਆਂ ਨੂੰ ਇਹ 15% ਦਿੰਦੇ ਸੀ ਜੀ, ਪਰ ਹੈਡ 15% ਇਹ ਕੰਪਨੀ ਨੂੰ ਦਿੰਦੇ ਸੀ ਜੀ। ਸੋ 15% ਜਿਹੜਾ ਇਹ ਦਿੰਦੇ ਸੀ, ਇਹਨਾਂ ਨੇ ਸਾਡੇ ਸੰਘਰਸ਼ ਦੀ ਬਦੌਲਤ ਉਹ ਅੱਜ 5% ਤੇ ਲੈ ਆਂਦਾ। ਠੀਕ ਹੈ। ਇਹਨਾਂ ਨੇ ਕੰਪਨੀਆਂ ਨੂੰ ਇੱਕ ਸਵਾਲ ਖੜਾ ਕਰ ਦਿੱਤਾ, ਇਫ ਯੂ ਐਗਰੀ ਔਰ ਨਾਟ, ਸਾਨੂੰ ਜਸਟ ਆਪਣਾ ਕੰਸੈਂਟ ਦੇ ਦਿਓ ਜੀ। ਕੰਪਨੀਆਂ ਨੂੰ ਇਹਨਾਂ ਨੇ ਸਿੱਧਾ ਕਹਿਤਾ ਕਿ 5% ਤੇ ਕੰਮ ਕਰ ਸਕਦੇ ਹੋ ਤਾਂ ਆ ਜਾਓ ਜੀ, ਨਹੀਂ ਸਾਨੂੰ ਕੋਈ ਲੋੜ ਨਹੀਂ। ਠੀਕ ਹੈ। ਤਾਂ ਕੰਪਨੀਆਂ ਨੇ ਅੱਗੋਂ 5% ਦੇ ਮੁਤਲਕ ਜਿਹੜੀ ਚੀਜ਼ ਉਹਨਾਂ ਨੇ ਕਰਨੀ ਸੀਗੀ, ਉਹਨਾਂ ਨੇ ਆਪਣਾ ਕੰਸੈਂਟ ਭੇਜਿਆ ਹੈਗਾ ਜੀ। ਉਹਦੇ ਤੇ ਵੀ ਡਿਪਾਰਟਮੈਂਟ ਕੰਮ ਕਰ ਰਿਹਾ ਹੋਊਗਾ। ਸੋ ਇਹ ਜਾਣਕਾਰੀ ਮੈਂ ਤੁਹਾਨੂੰ ਤਾਂ ਦੇ ਰਿਹਾ ਕਿ ਤੁਸੀਂ ਸਵਾਲ ਕੀਤਾ ਕਿ ਸਰਕਾਰ ਇੰਨੇ ਦਿਨਾਂ ਤੋਂ ਤੁਹਾਡੀਆਂ ਮੰਗਾਂ ਨਹੀਂ ਮੰਨ ਰਹੀ, ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਸਰਕਾਰ ਉੱਪਰ ਪ੍ਰੈਸ਼ਰ ਸਾਡਾ ਬਣਿਆ ਹੋਇਆ। ਸਾਡੇ ਸੰਘਰਸ਼ ਦੀ ਬਦੌਲਤ ਉਹਨੇ ਅੱਜ 15% ਤੋਂ 5% ਤੇ ਲੈ ਆਂਦਾ। ਕੰਪਨੀ 5% ਤੇ ਮਨਾ ਕਰ ਰਹੀ ਹੈ ਕਿ ਅਸੀਂ ਨਹੀਂ ਕੰਮ ਕਰਨਾ। ਦੈਨ ਸਾਨੂੰ ਸਾਫ਼ ਲੱਗ ਰਿਹਾ ਕਿ ਸਾਡੀ ਜਿਹੜੀ ਜਿੱਤ ਇਹ ਸਰਕਾਰ ਤੁਹਾਡੇ ਵੱਲ ਝੁਕਦੀ ਨਜ਼ਰ ਆ ਰਹੀ ਹੈ। ਬਿਲਕੁਲ ਤੁਹਾਨੂੰ ਲੱਗਦਾ ਹੈ? ਰਾਏ ਸਾਹਿਬ, ਦੱਸਣ ਦੀ ਕੋਸ਼ਿਸ਼ ਕਰੋ NSQF ਦੀ ਭਰਤੀ ਦਾ ਕੀ ਪ੍ਰੋਸੈਸ ਹੈਗਾ? ਹਾਂਜੀ, ਜੋ NSQF ਅਧਿਆਪਕ ਨੇ ਉਹਨਾਂ ਦੀ ਜੋ ਭਰਤੀ ਆ ਸਕੂਲਾਂ ਦੇ ਵਿੱਚ, ਇਹ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੇ ਨਾਲ ਮਿਲ ਕੇ ਸਕੂਲਾਂ ਦੇ ਵਿੱਚ ਵਿਸ਼ੇ ਅਲਾਟ ਕੀਤੇ ਜਾਂਦੇ ਆ ਵੀ ਇਹ ਸਕੂਲ ਦੇ ਵਿੱਚ, ਹਰੇਕ ਸਕੂਲ ਦੇ ਵਿੱਚ 2 ਵਿਸ਼ੇ ਜਾਂਦੇ ਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਹਰੇਕ ਸਕੂਲ ਦੇ ਵਿੱਚ 2 ਵਿਸ਼ੇ, ਉਹਨੂੰ ਇਹ ਦੇਖ ਕੇ ਕਿਹੜਾ ਵਿਸ਼ਾ ਫਿਰ ਉਹ ਕੰਪਨੀਆਂ ਨੂੰ ਸੌਂਪ ਦਿੱਤਾ ਜਾਂਦਾ ਕਿ ਇਸ ਵਿਸ਼ੇ ਵਾਲੇ ਸਾਨੂੰ ਇੰਨੇ ਅਧਿਆਪਕ ਚਾਹੀਦੇ ਆ। ਸੋ ਕੰਪਨੀਆਂ ਫਿਰ ਕੀ ਕਰਦੀਆਂ, ਐਡਵਰਟਾਈਜ਼ ਕਰਦੀਆਂ, ਅਖਬਾਰਾਂ ਦੇ ਵਿੱਚ ਖਬਰ ਦਿੰਦੀਆਂ। ਉਹ ਖਬਰ ਨੂੰ ਫਿਰ ਪੜ੍ਹ ਕੇ ਜਿਹੜਾ ਵੀ ਕੋਈ ਕੈਂਡੀਡੇਟ ਹੁੰਦਾ ਉਹ ਅਪਲਾਈ ਕਰਦਾ। ਅਪਲਾਈ ਕਰਨ ਤੋਂ ਬਾਅਦ ਫਿਰ ਉਹਦੀ ਸਿਲੈਕਸ਼ਨ ਹੁੰਦੀ ਆ, ਉਹਦੀ ਕੁਆਲੀਫਿਕੇਸ਼ਨ ਦੇ ਹਿਸਾਬ ਤੇ, ਉਹਦੇ ਐਕਸਪੀਰੀਅੰਸ ਦੇ ਹਿਸਾਬ ਤੇ। ਫਿਰ ਇੱਕ ਮੈਰਿਟ ਲਿਸਟ ਬਣਦੀ ਆ, ਫਿਰ ਉਹਨਾਂ ਦੀ ਇੰਟਰਵਿਊ ਹੁੰਦੀ ਆ, ਦੈਨ ਇੱਕ ਕੱਟ ਲਿਸਟ ਬਣਦੀ ਆ, ਫਿਰ ਉਹ ਸ਼ਾਰਟ ਲਿਸਟਡ ਜਿਹੜੇ ਕੈਂਡੀਡੇਟ ਹੁੰਦੇ ਉਹਨਾਂ ਨੂੰ ਸਟੇਸ਼ਨ ਅਲਾਟ ਕਰ ਦਿੱਤੇ ਜਾਂਦੇ। ਤੇ ਜੋ ਧਰਨਾ ਪ੍ਰਦਰਸ਼ਨ ਕੀ ਲੱਗਦਾ ਤੁਹਾਨੂੰ? ਜੇ ਤੁਹਾਨੂੰ ਲੱਗ ਰਿਹਾ ਕਿ ਤੁਹਾਡੇ ਧਰਨੇ ਪ੍ਰਦਰਸ਼ਨ ਤੋਂ ਸਰਕਾਰ ਝੁਕ ਰਹੀ ਹੈ, ਤੁਹਾਨੂੰ ਇੱਥੋਂ ਮੂਵ ਹੋਣਾ ਚਾਹੀਦਾ ਹੈ, ਧਰਨਾ ਚੱਕ ਲਿਆ ਜਾਣਾ ਚਾਹੀਦਾ ਹੈ, ਇਦਾਂ ਕੁਝ ਤੁਸੀਂ ਪਲਾਨਿੰਗ ਕਰ ਰਹੇ ਹੋ, ਜਾਂ ਸਰਕਾਰ ਵੱਲੋਂ ਕੁਝ ਇਸ ਤੋਂ ਇਲਾਵਾ ਲਿਖਤੀ ਸਮਝੌਤਾ ਜਾਂ ਲਿਖਤੀ ਤੌਰ ਦੇ ਉੱਤੇ ਤੁਹਾਨੂੰ ਦਿਆ ਗਿਆ ਕੁਝ ਇਦਾਂ ਦੀ ਵੀ ਹੈਗੀ ਹੈ ਕੋਈ? ਨਹੀਂ, ਬਿਲਕੁਲ। ਜੋ ਜਿਹੜੀ ਚੀਜ਼ ਅਸੀਂ ਚਾਹੁੰਦੇ ਆ, ਦੇਖੋ ਅਸੀਂ ਪਿਛਲੇ 7 ਸਾਲਾਂ ਤੋਂ ਸੰਤਾਪ ਹੰਢਾ ਰਹੇ ਆ। ਇਹ ਕੰਪਨੀਆਂ ਜਦੋਂ ਮਰਜ਼ੀ ਜਿਹੜੇ ਮਰਜ਼ੀ ਟੀਚਰ ਨੂੰ ਟਰਮੀਨੇਟ ਕਰ ਦਿੰਦੀਆਂ। ਬਿਲਕੁਲ। ਇਹਨਾਂ ਨੂੰ ਕੋਈ ਵੀ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪੈਂਦੀ ਜੀ। ਕੋਈ ਟੀਚਰ ਆ, ਉਹ ਮੰਨ ਲਓ 2 ਸਾਲਾਂ ਤੋਂ ਪੜ੍ਹਾ ਰਿਹਾ ਆਪਣੇ ਬੱਚਿਆਂ ਨੂੰ। ਸਹੀ ਹੈ, ਬਿਲਕੁਲ। 2 ਸਾਲਾਂ ਤੋਂ ਲਗਾਤਾਰ ਪੜ੍ਹਾਉਂਦੇ ਹੋਏ ਟੀਚਰ ਨੂੰ ਕਿਸੇ ਵੀ ਰੀਜ਼ਨ, ਕਿਸੇ ਵੀ ਛੋਟੇ ਤੋਂ ਛੋਟੇ ਰੀਜ਼ਨ ਦੇ ਰਾਹੀਂ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ, ਟਰਮੀਨੇਟ ਕਰ ਦਿੱਤਾ ਜਾਂਦਾ ਜੀ। ਕੋਈ ਇਹਦੇ ਬਾਰੇ ਸੰਜੀਦਗੀ ਨਹੀਂ ਦੇਖੀ ਜਾਂਦੀ ਕਿ ਸੈਸ਼ਨ ਚੱਲ ਰਿਹਾ, ਕਿਸੇ ਸੈਸ਼ਨ ਦੇ ਦੌਰਾਨ ਬੱਚੇ ਨਾਲ ਟੀਚਰ ਜੁੜਿਆ ਹੁੰਦਾ, ਟੀਚਰ ਤੇ ਬੱਚੇ ਦੀ ਅਟੈਚਮੈਂਟ ਹੋਈ ਹੁੰਦੀ ਆ, ਉਹ ਆਪਣੇ ਵਿਸ਼ੇ ਨੂੰ ਪੜ੍ਹਾ ਰਿਹਾ ਹੁੰਦਾ, ਇਨ ਬਿਟਵੀਨ ਉਸ ਟੀਚਰ ਨੂੰ ਟਰਮੀਨੇਟ ਕਰ ਦਿੱਤਾ ਜਾਂਦਾ। ਇਹ ਦੇਖ
ਇਹ ਚੀਜ਼ ਦੇਖਣ ਤੋਂ ਬਿਲਕੁਲ ਕਿਨਾਰਾ ਕਰ ਦਿੱਤਾ ਜਾਂਦਾ ਕਿ ਉਹਦੇ ਨਾਲ ਬੱਚਿਆਂ ਤੇ ਕੀ ਇੰਪੈਕਟ ਜਾਊਗਾ। ਵਿਦਿਆਰਥੀਆਂ ਦੀ ਜਿਹੜੀ ਨਵੇਂ ਟੀਚਰ ਨਾਲ ਜੁੜਨ ਲਈ ਘੱਟੋ ਘੱਟ 6 ਤੋਂ 7 ਮਹੀਨੇ ਉਹਨੂੰ ਲੱਗ ਜਾਣੇ ਆ। ਬਟ ਇਹ ਕੰਪਨੀਆਂ ਮਨਮਾਨੀ ਕਰਦੀਆਂ, ਇਹਨਾਂ ਦਾ ਬੜਾ ਆਪਣੇ ਇਹਨਾਂ ਦੇ ਨਿੱਜੀ ਸਵਾਰਥ ਹੋਣਗੇ ਜੀ। ਸੋ ਕੰਪਨੀਆਂ ਦੇ ਉੱਪਰ ਕੋਈ ਵੀ ਇਹਨਾਂ ਨੇ ਕਾਨੂੰਨ ਨਹੀਂ ਲਾਗੂ ਕੀਤਾ ਕਿ ਕੰਪਨੀ ਇਦਾਂ ਨਾ ਕੱਢੇ। ਠੀਕ ਹੈ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਜੋ ਵੀ ਇਹ ਸਾਰੀਆਂ ਚੀਜ਼ਾਂ ਜੀ ਕੰਪਨੀਆਂ ਕਰ ਰਹੀਆਂ ਨੇ, ਕੰਪਨੀਆਂ ਇਦਾਂ ਕਰਦੀਆਂ ਕਿ ਕਿਸੇ ਵੀ ਟੀਚਰ ਨੂੰ ਜਦੋਂ ਮਰਜ਼ੀ ਆਪਣੀ ਮਰਜ਼ੀ ਦੇ ਨਾਲ ਉਹਨੂੰ ਬਾਹਰ ਕੱਢ ਦਿੰਦੀਆਂ, ਉਹਨੂੰ ਟਰਮੀਨੇਟ ਤੱਕ ਕਰ ਦਿੰਦੀਆਂ। ਹੁਣ ਕੋਈ ਟੀਚਰ ਪੜ੍ਹਾ ਰਿਹਾ, ਲੰਬੇ ਸਮੇਂ ਤੋਂ ਪੜ੍ਹਾ ਰਿਹਾ, 2 3 4 ਸਾਲ ਤੋਂ ਪੜ੍ਹਾ ਰਿਹਾ, ਹੁਣ ਉਹਦਾ ਬੱਚਿਆਂ ਨਾਲ ਇੱਕ ਅਟੈਚਮੈਂਟ ਹੋਈ ਹੁੰਦੀ ਆ, ਬੱਚਿਆਂ ਨਾਲ ਉਹ ਜੁੜਿਆ ਹੁੰਦਾ। 9ਵੀਂ 10ਵੀਂ 11ਵੀਂ 12ਵੀਂ ਦੇ ਬੱਚਿਆਂ ਨੂੰ ਉਹਨੇ ਪੜਾਉਣਾ ਹੁੰਦਾ। ਈਵਨ ਉਹ ਬੱਚੇ ਇਕੱਲੇ 9ਵੀਂ 10ਵੀਂ 11ਵੀਂ 12ਵੀਂ ਦੇ ਨਹੀਂ ਹੁੰਦੇ, 6ਵੀਂ 7ਵੀਂ ਦੇ ਜਾਂ ਹੋਰ ਕਲਾਸਾਂ ਦੇ ਵੀ ਉਹਨਾਂ ਨੂੰ ਪੀਰੀਅਡ ਦਿੱਤੇ ਜਾਂਦੇ ਆ, ਬੱਚਿਆਂ ਦੇ ਨਾਲ ਕਾਫੀ ਅਟੈਚਮੈਂਟ ਹੁੰਦੀ ਆ। ਵੈਨ ਜਦੋਂ ਇਦਾਂ ਦੇ ਇਹ ਕੰਪਨੀਆਂ ਫਰਮਾਨ ਸੁਣਾ ਦਿੰਦੀਆਂ ਕਿ ਕਿਸੇ ਵੀ ਟੀਚਰ ਨੂੰ ਟਰਮੀਨੇਟ ਕਰ ਦਿੰਦੀਆਂ, ਦੈਨ ਉਹ ਟੀਚਰ ਚਲਿਆ ਜਾਂਦਾ ਜੀ। ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਸੈਸ਼ਨ ਚੱਲ ਰਿਹਾ, ਸੈਸ਼ਨ ਕਿੰਨਾ ਲੰਘ ਗਿਆ, ਕਿੰਨਾ ਰਹਿ ਗਿਆ। ਇਹ ਕੰਪਨੀ ਟੀਚਰ ਨੂੰ ਬਾਹਰ ਕੱਢ ਦਿੰਦੀ ਆ। ਠੀਕ ਹੈ। ਨਵਾਂ ਟੀਚਰ ਆਉਂਦਾ, ਨਵੇਂ ਟੀਚਰ ਨਾਲ ਇੱਕ ਬੱਚੇ ਨੂੰ ਜੋੜਨ ਲਈ ਕਮ ਸੇ ਕਮ 6 ਤੋਂ 7 ਮਹੀਨੇ ਲੱਗ ਜਾਂਦੇ ਆ। ਉਦੋਂ ਨੂੰ ਸਾਰਾ ਸੈਸ਼ਨ ਕਵਰ ਹੋ ਜਾਂਦਾ। ਸਹੀ ਗੱਲ ਹੈ। ਬੱਚੇ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਗਿਆ ਜੀ, ਬੱਚੇ ਦੇ ਭਵਿੱਖ ਨਾਲ ਖਿਲਵਾੜ ਹੋ ਗਿਆ। ਬੱਚੇ ਨੂੰ ਇੱਕ ਟੀਚਰ ਚਾਹੇ ਉਹ ਜਿਵੇਂ ਵੀ ਆਪਣੇ ਵੇ ਨਾਲ ਪੜ੍ਹਾ ਰਿਹਾ, ਠੀਕ ਹੈ, ਬੱਚਾ ਉਹਦੇ ਨਾਲ ਜੁੜਿਆ ਹੋਇਆ। ਠੀਕ ਹੈ। ਸੋ ਸਾਰੀ ਦੀ ਸਾਰੀ ਗੱਲ ਇਹ ਹੈਗੀ ਆ, ਅਸੀਂ ਚਾਹੁੰਦੇ ਆ ਕਿ ਕੰਪਨੀਆਂ ਦਾ ਜਿਹੜਾ ਇਹ ਜੰਜਾਲ ਆ, ਤੁਸੀਂ ਸਵਾਲ ਕੀਤਾ ਸੀ ਕਿ ਸਰਕਾਰ ਨੇ ਤੁਹਾਨੂੰ ਲਿਖਤੀ ਕੁਝ ਦਿੱਤਾ ਹੈਗਾ, ਕੋਈ ਇਦਾਂ ਦੀ ਗੱਲ, ਤਾਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਆ ਕਿ ਕੰਪਨੀਆਂ ਨੂੰ ਇਹਨਾਂ ਨੇ 5% ਦੇ ਉੱਪਰ ਕਹਿ ਦਿੱਤਾ ਕਿ ਅਸੀਂ ਤੁਹਾਨੂੰ 5% ਦੇਵਾਂਗੇ। ਸੋ ਅਸੀਂ ਚਾਹੁੰਦੇ ਆ ਕਿ ਤੁਸੀਂ ਹੁਣ 5% ਵੀ ਕਿਉਂ ਦੇਣਾ ਜੀ, ਤੁਸੀਂ ਕੰਪਨੀ ਨੂੰ ਰੱਖ ਹੀ ਕਿਉਂ ਰਹੇ ਆ? ਬਿਲਕੁਲ। ਜਿਹਨੂੰ ਕੋਈ ਟੀਚਰ ਦਾ ਨਾਲ ਕੋਈ ਸੰਬੰਧ ਹੀ ਹੈ ਨਹੀਂ, ਬਿਲਕੁਲ, ਉਹ ਦੇਖੋ ਨਿੱਜੀ ਘਰਾਣੇ ਆ, ਉਹ ਬਿਜ਼ਨਸ ਮਾਈਂਡਡ ਬੰਦੇ ਨੇ, ਉਹਨਾਂ ਦੀ ਸੋਚ, ਉਹਨਾਂ ਦੀ ਸਮਝ ਬਿਜ਼ਨਸ ਦੇ ਨਾਲ ਹੈਗੀ ਆ। ਉਹਨਾਂ ਨੂੰ ਜੇ ਇੱਥੇ ਬਿਜ਼ਨਸ ਲੱਗਦਾ, ਕੁਝ ਦਿਖਦਾ, ਪ੍ਰੋਫਿਟ ਦਿਖਦਾ, ਦੈਨ ਉਹ ਇੱਥੇ ਸਰਵਾਈਵ ਕਰ ਰਹੀਆਂ। ਜਦੋਂ ਉਹਨਾਂ ਨੂੰ ਲੱਗੂਗਾ ਕਿ ਇਹ ਮੇਰੇ ਬਿਜ਼ਨਸ ਤੋਂ ਬਾਹਰ ਦੀ ਚੀਜ਼ ਆ, ਉਹਨਾਂ ਨੇ ਛੱਡ ਕੇ ਚੱਲ ਜਾਣਾ। ਸਹੀ ਹੈ। ਅੱਜ ਇਹਨਾਂ ਨੇ 5% ਦਾ ਜਦੋਂ ਸਵਾਲ ਖੜਾ ਕਰ ਦਿੱਤਾ, ਕੰਪਨੀਆਂ ਇੱਥੇ ਐਗਰੀ ਹੋ ਗਈਆਂ ਕਿ ਨਹੀਂ, ਅਸੀਂ 5% ਤੇ ਕੰਮ ਨਹੀਂ ਕਰਾਂਗੀਆਂ, ਅਸੀਂ ਇੱਥੋਂ ਮੂਵ ਹੁੰਦੀਆਂ। ਬਿਲਕੁਲ। ਦੈਨ ਹੁਣ ਡਿਪਾਰਟਮੈਂਟ ਕੋਲੇ ਹੋਰ ਕੋਈ ਆਪਸ਼ਨ ਨਹੀਂ ਹੈਗਾ ਜੀ। ਬਿਲਕੁਲ। ਉਹ ਹੁਣ ਸਾਨੂੰ ਸਿੱਧਾ ਲਵੇ, ਨਾਲੇ ਤਾਂ ਜਿਹੜਾ ਉਹ 5% ਵੀ ਦੇਣਾ ਉਹ ਵੀ ਬੰਦ ਹੋ ਜਾਊਗਾ, ਕਿਉਂਕਿ ਕੰਪਨੀ ਦੀ ਤਾਂ ਜੇਬ 'ਚ ਚਲਿਆ ਜਾਣਾ ਨਾ 5%। ਸਹੀ ਹੈ। ਦੈਨ ਸਾਡੀ ਇਹੀ ਮੰਗ ਹੈਗੀ ਆ ਕਿ ਇੱਕ ਤਾਂ ਅਸੀਂ ਇੰਨੇ ਲੰਬੇ ਸਮੇਂ ਤੋਂ ਪੜ੍ਹਾ ਰਹੇ ਆ, ਨਾ ਤਾਂ ਸਾਨੂੰ ਕੋਈ ਮੈਡੀਕਲ ਛੁੱਟੀ ਜੀ, ਨਾ ਸਾਨੂੰ ਕੋਈ ਮੈਟਰਨਿਟੀ ਲੀਵ ਸਾਡੀਆਂ ਭੈਣਾਂ ਨੂੰ, ਠੀਕ ਹੈ, ਨਾ ਕੋਈ ਬਦਲੀ ਦਾ ਪ੍ਰਬੰਧ। ਓਕੇ। ਤੇ ਸਾਡੀਆਂ ਤਨਖਾਹਾਂ ਵੀ ਬਹੁਤ ਘੱਟ ਨੇ। ਠੀਕ ਹੈ। ਸਾਡੇ ਸਕੂਲਾਂ 'ਚ ਪੀਐਨ ਵੀ ਸਾਡੇ ਤੋਂ ਦੁੱਗਣੀ ਤਿੱਗਣੀ ਤਨਖਾਹ ਲੈ ਰਿਹਾ। ਕਿੰਨੀ ਤਨਖਾਹ ਸਰ ਦੱਸੋਗੇ? ਸਾਡੀ ਤਨਖਾਹ ਔਨ ਰੋਲ ਤਾਂ 17,325 ਆ। ਇਸ ਵਕਤ ਇਹਨਾਂ ਨੇ 5% ਦੀ ਪਾਲਿਸੀ ਦੇ ਕੇ ਉਹਨੂੰ 18,192 ਕਰ ਦਿੱਤਾ। ਠੀਕ ਹੈ। ਪਰ ਇਨ ਹੈਂਡ ਸਾਡੇ ਕੋਲ 12 ਤੋਂ 13,000 ਹੀ ਸੈਲਰੀ ਸਾਡੀ ਜੇਬ 'ਚ ਆਉਂਦੀ ਆ। ਹੁਣ 12-13,000 ਸੈਲਰੀ ਦੇ ਨਾਲ ਅਸੀਂ ਕਿਵੇਂ ਗੁਜ਼ਾਰਾ ਕਰਨਾ? ਬਹੁਤ ਸਾਰੇ ਅਧਿਆਪਕ ਸਾਡੇ 200-200 ਕਿਲੋਮੀਟਰ ਦੂਰ ਬੈਠੇ ਨੇ, ਉਹਨਾਂ ਦਾ ਲੂਣ ਤੇਲ ਪਾਣੀ, ਦੁੱਧ, ਦਹੀਂ, ਘਰ-ਬਾਰ, ਪਾਣੀ, ਸਭ ਕੁਝ ਮੁੱਲ ਦਾ। ਬਿਲਕੁਲ। ਉਹਨਾਂ ਨੂੰ 12-13,000 ਦੇ ਵਿੱਚ ਸਰਵਾਈਵ ਕਰਨਾ ਬਹੁਤ ਮੁਸ਼ਕਲ ਹੈ, ਬਹੁਤ ਔਖਾ ਹੈ। ਸੋ ਇਹ ਚੀਜ਼ ਕਹਿਣੀ ਚਾਹੁੰਦੇ ਆ ਵੀ ਇੱਕ ਤਾਂ ਸੈਲਰੀ ਸਾਡੀ ਰੈਗੂਲਰ ਅਧਿਆਪਕਾਂ ਦੇ ਬਰਾਬਰ ਹੋਵੇ, ਕਿਉਂਕਿ ਅਸੀਂ ਬਰਾਬਰ ਕੰਮ ਕਰਦੇ ਆ। ਠੀਕ ਹੈ। ਬਰਾਬਰ ਤਨਖਾਹ ਦਾ ਆਧਾਰ ਤੇ ਸਾਨੂੰ ਤਨਖਾਹ ਸਾਡੀ 40,000 ਕੀਤੀ ਜਾਵੇ, ਕਿਉਂਕਿ ਅਸੀਂ ਵੈਲ ਕੁਆਲੀਫਾਈਡ ਆ। ਸਾਰੇ ਹੀ ਟੀਚਰ ਐਮਟੈਕ, ਐਮਬੀਏ, ਐਮਫਿਲ, ਐਮਐਸਸੀ, ਪੀਐਚਡੀ, ਐਮਫਿਲ, ਸੋ ਬੀਟੈਕ, ਸਾਰੇ ਹੀ ਤਰ੍ਹਾਂ ਦੀਆਂ ਜਿਹੜੀਆਂ ਕੁਆਲੀਫਿਕੇਸ਼ਨਸ ਹੈਗੀਆਂ ਉਹ ਕੰਪਲੀਟ ਕੀਤੀਆਂ ਹੋਈਆਂ ਸਾਡੇ ਟੀਚਰਸ ਨੇ। ਸੋ ਗੱਲ ਸਾਰੀ ਇਹ ਆ ਵੀ ਪੰਜਾਬ ਸਰਕਾਰ ਇਸ ਵਕਤ ਜਿਹੜਾ ਵੀ 5% ਜਾਂ 10% ਕੰਪਨੀਆਂ ਨੂੰ ਦਿੰਦੀ ਸੀ ਉਹ ਬੰਦ ਕਰੇ, ਸਾਡੀ ਤਨਖਾਹ 40,000 ਕਰੇ, ਸਿੱਧਾ ਸਾਨੂੰ ਕੰਟਰੈਕਟ ਦੇ ਅੰਦਰ ਲਵੇ। ਜੋ ਮੈਟਰਨਿਟੀ ਲੀਵ, ਮੈਡੀਕਲ ਲੀਵ ਜਾਂ ਬਦਲੀ ਦਾ ਪ੍ਰਬੰਧ ਆ, ਇਹ ਚੀਜ਼ਾਂ ਨੂੰ ਪੂਰਾ ਕਰੇ ਤੇ ਅਸੀਂ ਆਪਣਾ ਧਰਨਾ ਇੱਥੋਂ ਬਾਈਂਡ ਅਪ ਕਰਦੇ ਆ। ਸਾਰੀਆਂ ਚੀਜ਼ਾਂ ਸਾਨੂੰ ਲਿਖਤੀ ਚ ਦੇਵੇ। ਅਸੀਂ ਰਾਏ ਸਾਹਿਬ ਜੀ, ਇੱਕ ਗੱਲ ਤੁਹਾਡੇ ਤੋਂ ਹੋਰ ਜਾਣਨੀ ਚਾਹਾਂਗੇ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 2022 ਦੀ ਇਲੈਕਸ਼ਨ ਵੀ ਜ਼ਿਆਦਾ ਦੂਰ ਨਹੀਂ ਹੈਗੀਆਂ, ਤੇ ਕੀ ਲੱਗਦਾ ਸਰਕਾਰ, ਜਿਵੇਂ ਕਿ ਹੁਣ ਅਧਿਆਪਕਾਂ ਨੂੰ ATT ਅਧਿਆਪਕਾਂ ਨੂੰ ਖੁਸ਼ ਕੀਤਾ ਹੈ, ਕਿ ਹੋ ਸਕਦਾ ਤੁਹਾਨੂੰ ਵੀ ਅਧਿਆਪਕ ਖੁਸ਼ ਕਰਦੇ ਪੰਜਾਬ ਸਰਕਾਰ, ਕੀ ਲੱਗਦਾ? ਕਿਉਂਕਿ ਜੋ ਇਲੈਕਸ਼ਨਾਂ ਦਾ ਟਾਈਮ ਹੈ ਤੇ ਤੁਸੀਂ ਅੰਦਰੂਨੀ ਕਲੇਸ਼ ਵੀ ਜਾਣਦੇ ਹੋ ਕਾਂਗਰਸ ਸਰਕਾਰ ਦਾ, ਪੰਜਾਬ ਕਾਂਗਰਸ ਦਾ, ਤੇ ਕੀ ਲੱਗਦਾ ਵੀ ਉਹਨਾਂ ਨੂੰ ਤੁਹਾਡੀ ਮੰਗਾਂ ਵੱਲ ਧਿਆਨ ਦੇ ਕੇ ਜੋ ਤੁਹਾਡੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਤੇ ਆਉਣ ਵਾਲੀਆਂ ਜੋ 2022 ਦੀਆਂ ਇਲੈਕਸ਼ਨਾਂ ਉਹਨੂੰ ਆਪਣਾ ਸੇਧ ਬਣਾਉਣੀ ਚਾਹੀਦੀ ਹੈ, ਕਿਉਂਕਿ ਉਹਨਾਂ ਨੂੰ ਵੋਟਾਂ ਦੀ ਜ਼ਰੂਰਤ ਹੈ ਤੇ ਵੋਟਰ ਆਪਾਂ ਹੀ ਆ। ਕੀ ਕਹਿਣਾ ਚਾਹੁੰਦੇ ਹੋ?
ਹਾਂਜੀ ਬਿਲਕੁਲ। ਦੇਖੋ ਪੰਜਾਬ ਸਰਕਾਰ ਦਾ ਚਾਹੇ ਉਹ ਕੋਈ ਵੀ ਸਰਕਾਰ ਰਹੀ ਹੋਵੇ, ਬਿਲਕੁਲ ਇਹਨਾਂ ਨੇ ਲੋਕਾਂ ਨੂੰ ਸਿਰਫ ਤੇ ਸਿਰਫ ਵੋਟ ਬੈਂਕ ਸਮਝਿਆ ਹੋਇਆ। ਜੀ। ਪਰ ਅੱਜ ਦੀ ਡੇਟ ਵਿੱਚ ਇੱਕ ਅਧਿਆਪਕ ਸੜਕ ਤੇ ਹੋਣਾ ਜੀ ਸਭ ਤੋਂ ਵੱਡੀ ਕਲੰਕ ਵਾਲੀ ਗੱਲ ਆ ਕਿਸੇ ਵੀ ਸਰਕਾਰ ਲਈ। ਜੀ। ਉਹ ਕੋਈ ਸਾਡੀ ਨੇੜਿਓਂ ਨਹੀਂ ਕੋਈ ਹੈਗੀ ਸਰਕਾਰ, ਇਹ ਸਰਕਾਰਾਂ ਸਾਡੀਆਂ ਕੋਈ ਨੇੜੇ ਨਹੀਂ ਲੱਗਦੀਆਂ। ਬਿਲਕੁਲ। ਸੋ ਕਿਸੇ ਅਧਿਆਪਕ ਦਾ ਕਿਸੇ ਸਰਕਾਰ ਦੇ ਮੌਜੂਦਾ ਹੁੰਦੇ ਹੋਏ ਸੜਕ ਤੇ ਆ ਜਾਣਾ, ਇਹ ਬਹੁਤ ਵੱਡੇ ਕਲੰਕ ਵਾਲੀ ਗੱਲ ਆ, ਕਿਉਂਕਿ ਦੂਜੇ ਦੇਸ਼ਾਂ ਦੀਆਂ ਇਹ ਉਦਾਹਰਨਾਂ ਦਿੰਦੇ ਨੇ ਜੀ। ਪਰ ਦੂਜੇ ਦੇਸ਼ਾਂ ਵਿੱਚ ਅਧਿਆਪਕ ਨੂੰ ਇੰਨਾ ਮਾਣ ਸਨਮਾਨ ਦਿੱਤਾ ਜਾਂਦਾ, ਉਹਨੂੰ ਕੋਰਟ ਦੇ ਵਿੱਚ ਜਾਣ ਦੀ ਪਰਮਿਸ਼ਨ ਨਹੀਂ ਹੈਗੀ ਵੀ ਤੂੰ ਜਾਣਾ ਨਹੀਂ, ਤੂੰ ਸਾਡੇ ਲਈ ਇੱਕ ਬਹੁਤ ਸਿੰਬਲ ਆ, ਇੱਕ ਸਿੰਬੋਲਿਕ ਅਹਿਮੀਅਤ ਰੱਖਦੇ ਨੇ। ਸੋ ਬਾਕੀ ਸਾਰੇ ਦੇਸ਼ਾਂ ਦੀ ਗੱਲ ਕਰ ਲਓ ਤੇ ਜਿਹੜਾ ਪੰਜਾਬ ਆ, ਪੰਜਾਬ ਦਾ ਅਧਿਆਪਕ ਦੇਖੋ ਸੜਕਾਂ ਤੇ ਧਰਨੇ ਲਾਈ ਬੈਠਾ ਹੈਗਾ, ਉਹਨੂੰ ਥਾਂ ਥਾਂ ਤੇ ਧਰਨੇ ਲਾਏ ਹੋਏ ਆ। ਸੋ ਗੱਲ ਸਾਰੀ ਇਹ ਆ ਵੀ ਇਸ ਵਕਤ ਜੇਕਰ ਇਹ ਵੋਟਾਂ ਦੇ ਆਧਾਰ ਤੇ ਵੀ ਕਹਿੰਦੀ ਆ ਸਰਕਾਰ, ਦੈਨ ਸਾਨੂੰ ਤਾਂ ਕੋਈ ਉਹਦੇ ਨਾਲ ਹੈ ਹੀ ਨਹੀਂ। ਅਸੀਂ ਤਾਂ ਆਪਣੀਆਂ ਉਹ ਮੰਗਾਂ ਮੰਗ ਰਹੇ ਆ ਜਿਹੜੀਆਂ ਪਿਛਲੇ 7 ਸਾਲਾਂ ਤੋਂ ਲੰਮਕ ਰਹੀਆਂ। ਸੋ ਅਸੀਂ 1978 ਅਧਿਆਪਕ ਆਪਣੀਆਂ ਹੱਕਾਂ ਲਈ, ਆਪਣੀਆਂ ਮੰਗਾਂ ਲਈ ਇੱਥੇ ਬੈਠੇ ਹੋਏ ਆ। ਜਦੋਂ ਸਰਕਾਰ ਉਹ ਕਰ ਦੂਗੀ, ਅਸੀਂ ਆਪਣੀਆਂ ਇੱਕੋ ਧਰਨਾ ਖਤਮ ਕਰਕੇ ਆਪਣੇ ਘਰਾਂ 'ਚ ਜਾਵਾਂਗੇ। ਸਾਡੇ ਵੀ ਬਾਲ ਬੱਚੇ ਨੇ, ਸਾਡੇ ਵੀ ਪਰਿਵਾਰ ਨੇ, ਉਹ ਵੀ ਸਾਨੂੰ ਉਡੀਕ ਰਹੇ ਨੇ। ਇੱਥੇ ਸਾਡੇ ਅਧਿਆਪਕ ਬਹੁਤ ਸਾਰੇ ਬਿਮਾਰ ਹੋ ਰਹੇ ਆ। ਸੋ ਸਾਨੂੰ ਕੋਈ ਇਹ ਨਹੀਂ ਹੈਗਾ, ਪਰ ਹਾਂ ਇਹ ਆ ਵੀ ਵੋਟਾਂ ਦੇ ਨੇੜੇ ਜਾਂ ਵੋਟਾਂ ਤੱਕ ਜਾਂ ਇਹਨਾਂ ਨੇ ਕਰਨਾ ਜਾਂ ਨਹੀਂ ਕਰਨਾ, ਇਹ ਚੀਜ਼ ਤਾਂ ਦੇਖੋ ਅਸੀਂ ਤਾਂ ਆਪਣਾ ਸੰਘਰਸ਼ ਕਰ ਰਹੇ ਆ। ਜੇ ਨਹੀਂ ਕਰੂਗੀ ਅਸੀਂ ਹੋਰ ਤਿੱਖਾ ਕਰ ਦਾਂਗੇ ਸੰਘਰਸ਼। ਸੋ ਇਹ ਚੀਜ਼ ਹੈ ਜੀ। ਧੰਨਵਾਦ। ਸੋ ਤੁਸੀਂ ਦੇਖਿਆ ਜੋ ਪੰਜਾਬ ਵੋਕੇਸ਼ਨਲ ਅਧਿਆਪਕ ਹੈਗੇ ਨੇ, ਉਹਨਾਂ ਵੱਲੋਂ 57 ਦਿਨਾਂ ਤੋਂ ਲਗਾਤਾਰ ਧਰਨਾ ਪ੍ਰਦਰਸ਼ਨ ਜੋ ਹੈ ਪਟਿਆਲਾ ਦੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਕੀਤਾ ਜਾ ਰਿਹਾ ਹੈ। ਪਰ ਸਰਕਾਰ ਵੱਲੋਂ ਹਾਲੇ ਤੱਕ ਉਹਨਾਂ ਦੇ ਨਾਲ ਕੋਈ ਰਾਬਤਾ ਨਹੀਂ ਕੀਤਾ ਗਿਆ, ਨਾ ਹੀ ਕੋਈ ਗੱਲਬਾਤ ਕੀਤੀ ਗਈ ਹੈ। ਟੀਚਰਸ ਤੁਸੀਂ ਸੁਣ ਚੁੱਕੇ ਹੋ ਕਿ ਕੀ ਮੰਗਾਂ ਕਰ ਰਹੇ ਨੇ, ਪਰ ਸਰਕਾਰ ਦੇ ਕੰਨਾਂ ਦੇ ਉੱਤੇ ਜੂਨ ਤੱਕ ਨਹੀਂ ਰਿੰਗ ਰਹੀ ਹੈ। ਤੁਸੀਂ ਦੇਖ ਰਹੇ ਹੋ ਅਕਸ਼ ਨਿਊਜ਼। ਅਸੀਂ ਫਿਰ ਹੋਵਾਂਗੇ ਹਾਜ਼ਰ। ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਖਬਰ ਲਈ ਸਬਸਕ੍ਰਾਈਬ ਕਰੋ ਅਕਸ਼ ਨਿਊਜ਼।